ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸੰਗਤ ਜੀ, ਕੁਝ ਦਿਨ ਪਹਿਲਾਂ ਆਪ ਜੀ ਦੇ ਨਾਲ ਇੱਕ ਪੁਸਤਕ ਬਾਰੇ ਸਾਂਝ ਪਾਈ ਸੀ ਕਿ ਉਹ ਪੁਸਤਕ ਦਾਸ ਨੂੰ ਮਿਲੀ ਸੀ, ਜਿਸ ਦਾ ਨਾਮ ਹੈ ਪੂਰਨ ਸੋਈ ਸੰਤ। ਔਰ ਉਸ ਪੁਸਤਕ ਦੇ ਵਿੱਚ ਕੀ ਕੀ ਲਿਖਿਆ ਹੈ ਔਰ ਕਿਤਨੇ ਬ੍ਰਹਮ ਗਿਆਨੀ ਮਹਾਂਪੁਰਖ ਤਤ ਬੇਤੇ ਮਹਾਤਮਾਵਾਂ ਦੀਆਂ ਕਥਾ ਕਹਾਣੀਆਂ ਬਿਆਨ ਕੀਤੀਆਂ ਹਨ ਲੇਖਕ ਨੇ। ਸੋ ਅਸੀਂ ਆਰੰਭਤਾ ਸਤਿਗੁਰੂ ਦੀ ਆਗਿਆ ਲੈ ਕੇ ਅੱਜ ਕਰ ਰਹੇ ਹਾਂ। ਸੋ ਆਓ ਇਸੇ ਤਰ੍ਹਾਂ ਸਰਲੇਖਵਾਰ ਭਾਵ ਸਟੈਪ ਬਾਈ ਸਟੈਪ ਸਰਲੇਖਵਾਰ ਇਸ ਪੁਸਤਕ ਦੇ ਵਿੱਚੋਂ ਆਪ ਜੀ ਦੇ ਨਾਲ ਜਿਵੇਂ ਜਿਵੇਂ ਇਹ ਸਰਲੇਖ ਪਾਠ ਹਨ, ਉਸੇ ਤਰ੍ਹਾਂ ਹੀ ਆਪ ਜੀ ਦੇ ਨਾਲ ਸਾਂਝੇ ਕਰਨ ਦੇ ਯਤਨ ਕਰਦੇ ਰਵਾਂਗੇ। ਆਪ ਜੀ ਨੇ ਧਿਆਨ ਦੇ ਕੇ ਆਪਣਾ ਜਿਹੜਾ ਕੀਮਤੀ ਸਮਾਂ ਹੈ ਉਹ ਕੱਢ ਕੇ ਸਫਲਾ ਕਰਨਾ ਹੈ। ਆਓ ਸਭ ਤੋਂ ਪਹਿਲਾਂ ਇਸ ਦੇ ਵਿੱਚ ਸਰਲੇਖ ਆਇਆ ਹੈ ਪੂਰਨ ਸੋਈ ਸੰਤ ਸਰਲੇਖ ਬਾਰੇ। ਆਓ ਇੱਥੇ ਲੇਖਕ ਕੀ ਲਿਖਦਾ ਹੈ, ਅਸੀਂ ਇਸ ਸਰਲੇਖ ਨੂੰ ਸਰਵਣ ਕਰੀਏ ਸਾਰੇ ਰਲ ਮਿਲ ਕੇ। ਕੌਣ ਹੈ ਪੂਰਨ ਸੰਤ? ਕੌਣ ਹੈ ਪੂਰਨ ਸਾਧੂ? ਪੂਰਨ ਮਹਾਂਪੁਰਖ ਬ੍ਰਹਮ ਗਿਆਨੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਅਨੇਕ ਸ਼ਬਦਾਂ ਰਾਹੀਂ ਪਾਤਸ਼ਾਹ ਇਸ ਪ੍ਰਸ਼ਨ ਦਾ ਕੁਝ ਭੇਤ ਦਿੰਦੇ ਹਨ ਇਹਨਾਂ ਪੰਕਤੀਆਂ ਰਾਹੀਂ, ਜੋ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ਲੋਕ ਮਹੱਲਾ ਪੰਜਵਾ ਭਾਵ ਪੰਚਮ ਗੁਰਦੇਵ ਪਾਤਸ਼ਾਹ ਦਾ ਇਹ ਸ਼ਬਦ ਹੈ। ਔਰ 319 ਪਾਵਨ ਅੰਗ ਤੇ ਇਹ ਸ਼ਬਦ ਸੁਭਾਈਮਾਨ ਹੈ। ਜਿਨ੍ਹਾਂ ਸਾਸ ਗਿਰਾਸ ਨ ਵਿਸਰੈ, ਹਰ ਨਾਮਾ ਮਨ ਮੰਤ, ਧੰਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਇਸ ਵਿੱਚ ਵੀ ਬਖਸ਼ਿਸ਼ ਕੀਤੀ ਹੈ ਕਿ ਜਿਸ ਹਿਰਦੇ ਨੂੰ ਤਿਲ ਮਾਤਰ ਸਮੇਂ ਲਈ ਵੀ ਪਰਮੇਸ਼ਵਰ ਵਾਹਿਗੁਰੂ ਵਿਸਰਦਾ ਨਹੀਂ, ਉਹੀ ਪੂਰਨ ਸਾਧੂ ਹੈ, ਉਹੀ ਪੂਰਨ ਸੰਤ ਹੈ। ਮਨੁੱਖ ਹਰ ਸਵਾਸ ਦੀ ਯਾਤਰਾ ਕਰ ਰਿਹਾ ਹੈ। ਇਸ ਦਾ ਹਰ ਸਵਾਸ ਸੰਸਾਰੀ ਬਿਰਤੀ ਤੋਂ ਉੱਠ ਕੇ ਹਰ ਸਵਾਸ ਨਿਰੰਕਾਰੀ ਹੋ ਜਾਵੇ। ਇਹ ਯਾਤਰਾ ਜਿਸ ਪਿਆਰੇ ਨੇ ਪੂਰੀ ਕਰ ਲਈ ਹੈ, ਉਹੀ ਪੂਰਨ ਸੰਤ ਹੈ। ਹਰ ਸਵਾਸ ਦੇ ਵਿੱਚ ਨਿਰੰਕਾਰ ਹੋਵੇ, ਨਿਰੰਕਾਰ ਦੀ ਸਿਫਤ ਸਲਾਹ ਹੋਵੇ। ਐਸੀ ਵਡਭਾਗੀ ਪਰਉਪਕਾਰੀ ਰੂਹ ਨੂੰ ਹੀ ਗੁਰਬਾਣੀ ਅੰਦਰ ਪੂਰਨ ਸੋਈ ਸੰਤ ਆਖਿਆ ਗਿਆ ਹੈ। ਇਸ ਅਵਸਥਾ ਦੇ ਵਿੱਚ ਕੋਈ ਵਾਲਛਲ ਨਹੀਂ ਰਹਿੰਦਾ, ਕੋਈ ਵੀ ਵਿਕਾਰ ਤਿਲ ਮਾਤਰ ਸਮੇਂ ਲਈ ਵੀ ਦੇਹੀ ਨੂੰ ਪ੍ਰਭਾਵਿਤ ਨਹੀਂ ਕਰਦਾ। ਪੂਰਨ ਸੰਤ ਦੀ ਅਵਸਥਾ ਇਉਂ ਹੈ ਜਿਵੇਂ ਸੂਰਜ ਪ੍ਰਕਾਸ਼ਮਾਨ ਹੈ, ਉੱਥੇ ਹਨੇਰੇ ਦੀ ਕੋਈ ਹੋਂਦ ਨਹੀਂ। ਪੂਰਨ ਸੰਤ ਵੀ ਕੇਵਲ ਗੁਣਾਂ ਦਾ ਮੁਜੱਸਮਾ ਹੁੰਦਾ ਹੈ, ਉੱਥੇ ਔਗਣਾਂ ਦੀ ਕੋਈ ਹੋਂਦ ਨਹੀਂ। ਐਸੀ ਅਵਸਥਾ ਨੂੰ ਹੀ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਗ ਸ੍ਰੀ ਰਾਗ ਦੇ ਵਿੱਚ ਫਰਮਾਉਂਦੇ ਹਨ। ਸੰਤਾਂ ਦੇ ਸਰਲੇਖ ਹੇਠ ਇਹ ਬਾਣੀ ਹੈ, ਨਾਨਕ ਸੰਤ ਸੰਤ ਹਰ ਏਕੋ, ਜਪ ਹਰ ਹਰ ਨਾਮ ਸੋਹੰਦੀ। ਹਰੀ ਪਰਮੇਸ਼ਵਰ ਦੇ ਸਿਮਰਨ ਵਿੱਚ ਰਤੀ ਰੂਹ, ਹਰੀ ਪਰਮੇਸ਼ਵਰ ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਰਤੀ ਰੂਹ ਪਰਮੇਸ਼ਵਰ ਦੀ ਹੀ ਹੋ ਜਾਂਦੀ ਹੈ। ਜਿਵੇਂ ਧਾਤ ਧਾਤ ਵਿੱਚ ਸਮਾ ਜਾਂਦੀ ਹੈ, ਤਿਉਂ ਸਿਫਤੀ ਵਿੱਚ ਰਤੀਆਂ ਰੂਹਾਂ ਖੁਦਾ ਸਿਫਤੀ ਰੂਪ ਬਣ ਜਾਂਦੀਆਂ ਹਨ। ਜਿਵੇਂ ਸਤਿਗੁਰੂ ਜੀ ਪਹਿਲੇ ਪਾਤਸ਼ਾਹ ਨਿਰੰਕਾਰ ਪਾਤਸ਼ਾਹ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ।
ਐਸੇ ਦੀਨ ਦਿਆਲ ਕਿਰਪਾਲੂ ਸਤਿਗੁਰੂ ਜੀ ਸ੍ਰੀ ਰਾਗ ਦੇ ਵਿੱਚ ਫਰਮਾਉਂਦੇ ਹਨ, ਪਾਵਨ ਅੰਗ 18 ਹੈ। ਧਾਤ ਮਿਲੈ ਫੁਨ ਧਾਤ ਕੋ, ਸਿਫਤੀ ਸਿਫਤ ਸਮਾਏ। ਦੂਸਰਾ ਖਿਆਲ ਪਾਤਸ਼ਾਹ ਨੇ ਐਸਾ ਵੀ ਬਖਸ਼ਿਆ ਹੈ ਕਿ ਹਰ ਨਾਮਾ ਮਨ ਮੰਤ, ਭਾਵ ਸੰਤ ਹੋਣਾ ਮਨ ਦੀ ਅਵਸਥਾ ਹੈ, ਸਰੀਰ ਦੀ ਨਹੀਂ। ਸਰੀਰ ਸਵਾਰੀ ਹੈ, ਅਸਵਾਰ ਮਨ ਹੈ। ਸਫਰ ਮਨ ਦਾ ਹੈ। ਜਿਨ੍ਹਾਂ ਦਾ ਮਨ ਸੰਤ ਹੋ ਗਿਆ ਹੈ, ਜੋਤ ਸਰੂਪ ਹੋ ਗਿਆ ਹੈ, ਉਹੀ ਪੂਰਨ ਸੋਈ ਸੰਤ ਹਨ। ਕੇਵਲ ਦੇਹੀ ਨੂੰ ਸੰਤ ਕਹਿ ਦੇਣਾ ਭੇਖ ਨੂੰ ਜਨਮ ਦੇਵੇਗਾ। ਇਸੇ ਲਈ ਪਾਤਸ਼ਾਹ ਸਤਿਪੁਰਸ਼ ਦਾ ਇਹ ਲੱਛਣ ਵੀ ਦੱਸਦੇ ਹਨ। ਅਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਰੋਜ਼ ਪੜ੍ਹਦੇ ਅਤੇ ਸਰਵਣ ਕਰਦੇ ਹਾਂ। ਸਤਿਗੁਰੂ ਜੀ ਫਰਮਾਉਂਦੇ ਹਨ ਸ਼ਲੋਕ ਰਾਹੀਂ ਕਿ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਏਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਪ੍ਰਥਮ ਪੰਕਤੀ ਵਿੱਚੋਂ ਬਖਸ਼ਿਸ਼ ਹੋਏ ਇਹਨਾਂ ਦੋ ਖਿਆਲਾਂ ਦੇ ਆਧਾਰ ਤੇ ਹੀ ਮਨ ਦਾ ਵਿਚਾਰ ਬਣਿਆ ਕਿ ਪੂਰਨ ਮਹਾਂਪੁਰਖ ਦੀਆਂ ਜੀਵਨ ਸਾਖੀਆਂ ਦੀ ਇਸ ਸੰਗ੍ਰਹਿ ਨੂੰ ਪੁਸਤਕ ਰੂਪ ਵਿੱਚ ਪੂਰਨ ਸੋਈ ਸੰਤ ਦਾ ਹੀ ਸਰਲੇਖ ਦਿੱਤਾ ਜਾਵੇ, ਕਿਉਂਕਿ ਬਾਬਾ ਜੀ ਦਾ ਜੀਵਨ ਇਹਨਾਂ ਦੋ ਖਿਆਲਾਂ ਤੇ ਪੂਰਾ ਢੁਕਦਾ ਸੀ। ਬਾਬਾ ਜੀ ਐਸੇ ਸਾਧੂ ਸਨ ਜਿਨ੍ਹਾਂ ਨੇ ਬਚਪਨ ਵਿੱਚ ਹੀ ਵਾਹਿਗੁਰੂ ਗੁਰਮੰਤਰ ਦਾ ਪੱਲਾ ਫੜ ਲਿਆ ਤੇ ਸਦੀਵੀ ਸਾਂਝ ਗੁਰਮੰਤਰ ਨਾਲ ਬਣਾ ਲਈ। ਦੂਸਰੇ ਗੁਰਮਤ ਮਾਰਗ ਦੇ ਪਾਂਧੀ ਬਣਨ ਤੋਂ ਬਾਅਦ ਬਾਬਾ ਜੀ ਨੇ ਸਾਰਾ ਜੀਵਨ ਕੋਈ ਭੇਖ ਨਹੀਂ ਰਜਾਇਆ। ਨਾ ਹੀ ਉਹ ਸਰੀਰ ਨਾਲ ਜੁੜੇ ਤੇ ਨਾ ਹੀ ਉਹਨਾਂ ਨੇ ਸਰੀਰ ਨਾਲ ਕਿਸੇ ਨੂੰ ਜੋੜਿਆ। ਮਨ ਦੀ ਸਾਧਨਾ ਤੇ ਜ਼ੋਰ ਦਿੱਤਾ ਤੇ ਇਹ ਬਚਨ ਬਹੁਤ ਵਾਰ ਦੁਹਰਾਇਆ ਕਿ ਸਾਧੂ ਉਹ ਜਿਹੜਾ ਕਿਸੇ ਦੇ ਦਮੜੇ ਚਮੜੇ ਤੇ ਨਾ ਰੀਝੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹੀ ਆਪਣੀ ਓਟ ਜਾਣੇ। ਇਸ ਉਦੇਸ਼ ਪ੍ਰਥਾਏ ਗੁਰਮਤ ਮਾਰਗ ਦੀ ਸੋਝੀ ਦਿੰਦੀਆਂ ਅਨੇਕ ਸਾਖੀਆਂ ਦਾ ਵਰਣਨ ਇਸ ਸੰਗ੍ਰਹਿ ਵਿੱਚ ਕੀਤਾ ਹੈ, ਜਿਨ੍ਹਾਂ ਦਾ ਕੇਵਲ ਤੇ ਕੇਵਲ ਇੱਕੋ ਇੱਕ ਮੰਤਵ ਹੈ ਤੇ ਉਹ ਮੰਤਵ ਹੈ ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਸਾਧ ਸੰਗਤ ਜੀ, ਇਹ ਸੀ ਇਸ ਪੁਸਤਕ ਦੇ ਸਰਲੇਖ ਬਾਰੇ। ਜਿਵੇਂ ਜਿਵੇਂ ਸਤਿਗੁਰੂ ਮਿਹਰ ਕਰਨਗੇ ਅਸੀਂ ਉਵੇਂ ਆਪ ਜੀ ਦੇ ਨਾਲ ਇਸ ਪੁਸਤਕ ਦੇ ਵਿੱਚੋਂ ਇਸ ਦੀਆਂ ਸਾਖੀਆਂ ਔਰ ਇਸ ਦੀਆਂ ਰਚਨਾਵਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਜਾਵਾਂਗੇ। ਸਤਿਗੁਰੂ ਕਿਰਪਾ ਕਰਨ, ਮਿਹਰ ਭਰਿਆ ਹੱਥ ਰੱਖੋ ਔਰ ਬਖਸ਼ੋ ਅਸੀਸ। ਸਾਰੇ ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।